ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਲੜਵਾਲ ਦੇ ਵਿੱਚ ਅੱਜ ਉਸ ਵੇਲੇ ਮਾਹੌਲ ਤਣਾਅਪੂਰਵਕ ਹੋ ਗਿਆ ਜਦੋਂ ਇੱਕ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਪ੍ਰਸ਼ਾਸਨ ਔਰ ਪੁਲਿਸ ਸੀ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ। ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਸੇ ਜਗ੍ਹਾ ਦਾ ਕਬਜ਼ਾ ਲੈਣ ਲਈ ਜੋ ਹੈ ਨੈਸ਼ਨਲ ਹਾਈਵੇ ਅਥਾਰਟੀ ਔਰ ਪੁਲਿਸ ਪ੍ਰਸ਼ਾਸਨ ਪਹੁੰਚਿਆ। ਇਹ ਜੋ ਰਸਤਾ ਹੈ ਇਹ ਦਿੱਲੀ ਅੰਮ੍ਰਿਤਸਰ ਜੰਮੂ कटरा नेशनल हाईवे बनना है। इत्थे ये जगह जो है एक्वायर होनी है। JCB जो है वो चल रही है। तुसी तस्वीरां दे विच देख सकते हो कि ये JCB जो है नैशनल हाईवे जम्मू कटरा बनना है उहदे ते चलदी पई है। पर दूसरे पासे किसानां दा कहना है कि ना तो उन्हां नूं जायज़ मुल मिलिया है और उन्हां दी फसल जिहड़ी आ उजाड़ के ते जिहड़ी अथॉरिटी है वो ये जमीन ते कब्जा लैण आई है। किसानां दी मनी जावे तो उन्हां दा कहना है कि बाकी इलाके दे विच रेट वध है पर सानू रेट घट दिता जा रहा है। दूसरे पासे किसानों की मनी जाए तो उन्होंने कहना है कि यकमुश्त जो पैसे ने वो प्रशासन जो है वो दे तो रहा पर बहुत थोड़े दे रहा। दूजे पासे जे SDM बटाला की गल देखी जाए तो उन्होंने कहना सी कि किसान जिद होए ने किसानों नूं जो असी मुआवजा दे रहे हैं किसान वो लैण लई तैयार नहीं आ। सो इसे नूं लैके उन्होंने कहना सी कशमकश है पर असी किसानों ने किसी तरह का धक्का नहीं करना। उन्होंने का कहना सी कि असी किसानों के नाल मिल के ही ये नैशनल हाईवे बनावांगे। कुलविंदर सिंह कितनी जगह एक्वायर की जा रही है और अज की होया? अज होया सर कब्जा लैन आया सर। हाँ जी अच्छा फोर्स बल दे नाल रोड महकमा कब्जा ले रहा बिना पैसे दिते। अच्छा साडी मंग ये है भी सानू वाजिब रेट दो ते कब्जा लो बटा पाओ और साडी कोई लड़ाई नहीं। हुण तुहानू पैसे मिल गया कि नहीं? नहीं मिले जी। काम शुरू हो गया? काम शुरू देखो हो गया। देखो आप पिछे तुसीं देख सकते आप भी ये काम ही शुरू है। जोगिंदर सिंह जोगिंदर जी किहड़े इलाके 'च खड़े हो ते की होया वा? ਇਹ ਮਾੜੀ ਬੁੱਚਾ 'ਚ ਖੜੇ ਜੀ ਸੀਰੀਅਲ ਬਲਾਕ 'ਚ ਸੀਰੀਅਲ ਬਲਾਕ 'ਚ। ਕੀ ਹੋਇਆ? ਇੱਥੇ ਗੱਲ ਹੋਈ ਹੈ ਜੀ ਆੜਾ ਕਿੱਲਾ ਨਾਲ ਦਾ ਇਹਦਾ ਇੱਕੋ ਰੇਟ ਦਿੰਦੇ ਰਹੇ। ਐਸ ਕਿੱਲੇ ਦਾ ਇੰਨਾ ਰੇਟ 72 ਲੱਖ ਐ ਕਿੱਲੇ ਦਾ ਥੱਲੇ ਤੋਂ ਬਹੁਤ ਥੱਲੇ ਰੇਟ ਦੇ ਰਹੇ। ਇਹ 'ਚ ਵੀ ਕਣਕ ਉਹ 'ਚ ਵੀ ਝੋਨਾ ਉਗਦਾ ਇੱਕੋ ਬਰਾਬਰ ਦੀਆਂ ਪੈਲੀਆਂ ਮੌਕੇ 'ਤੇ ਜਾ ਕੇ ਦੇਖੋ ਕਿਸੇ ਪੈਲੀ 'ਚ ਕੀ ਨੁਕਸਾਨ ਹੈ। ਸਾਡਾ ਸਰਕਾਰ ਜ਼ਬਰਦਸਤੀ ਬਹੁਤ ਕਰ ਰਹੀ ਹੈ ਬੇਨਿਆਈ ਕਰ ਰਹੀ ਹੈ। ਬੇਨਿਆਈ ਕਰੇ ਅਸੀਂ ਬੱਟਾ ਪਾਉਣ ਨੂੰ ਤਿਆਰ ਅਸੀਂ ਪੈਲੀ ਰੱਖਦੇ ਬਿਲਕੁਲ ਨਹੀਂ। ਸਾਡਾ ਬੇਨਿਆਈ ਨਾ ਕਰਨ। ਸਾਡਾ ਬੇਨਿਆਈ ਇਹਦੀ ਧੱਕੇਸ਼ਾਹੀ ਕਰਦੀ ਹੈ। ਇੰਨੇ ਧੱਕੇਸ਼ਾਹੀ ਕਿਤੇ ਹਿੰਦੁਸਤਾਨ ਨਹੀਂ ਹੋ ਰਹੀ ਕਿਸੇ 'ਚ। ਅੱਜ ਕੀ ਹੋਇਆ? ਅੱਜ ਇਹ ਹੋਇਆ ਕਿ ਅਸੀਂ ਕਹਿੰਦੇ ਬੱਟਾ ਪਾ ਦਿਓ ਸਾਨੂੰ ਜਾਇਜ਼ ਪੈਸੇ ਦਿਓ ਸਾਡਾ ਜੋ ਹੱਕ ਬਣਦਾ ਹੁਣ ਦਿਓ। ਅਸੀਂ ਬੱਟਾ ਨਹੀਂ ਰੱਖਦੇ ਬਿਲਕੁਲ ਨਾ ਹੀ ਸੜਕ ਰੱਖਦੇ। ਅਸੀਂ ਇਹ ਵੀ ਕਹਿੰਦੇ ਹਾਂ ਵੀ ਫਰਵਸ਼ ਹੋਊ ਸਾਡੀ ਸੜਕ ਬਣੂਗੀ ਸਾਡਾ ਵੀ ਕੋਈ ਇਲਾਕੇ 'ਚ ਨਾ ਹੋ ਜਾਊਗਾ ਵੀ ਸਾਡੇ ਇਲਾਕੇ ਸੜਕ ਹੈਗੀ ਹੈ ਬਿਲਕੁਲ ਸੜਕ ਨਹੀਂ ਰੱਖਦੇ। ਸਾਨੂੰ ਵਾਜਬ ਰੇਟ ਦੇਣ ਤੇ ਜੇ ਨਹੀਂ ਦਿੰਦੇ ਫਿਰ ਨਹੀਂ ਦਿੰਦੇ ਅਸੀਂ ਕਰੀਏ ਫਿਰ ਲੜਾਈ ਇਹ ਕਰਕੇ ਚੱਲ ਜਾਣਗੇ ਤੇ ਮਗਰੋਂ ਸਾਫ਼ ਕਰ ਦਾਂਗੇ ਗੱਲ ਤੇ। ਕੀ ਨਾਮ ਹੈ ਜੀ? मैं मास्टर गुरजीत सिंह किसान मजदूर संघर्ष कमेटी की जोन मीरी पीरी का प्रधान बोलता जी। ਅੱਛਾ ਜੀ ਇਹ ਦੱਸੋ ਕਿ ਜੇ ਹੁਣ ਸਰਕਾਰ ਕਬਜ਼ਾ ਲੈਣ ਆ ਗਈ ਅੱਜ जी ਜੇ 22 ਦੀ ਵੀ ਕਬਜ਼ਾ ਲੈਂਦੀ ਆ ਜਾਂ ਤੁਸੀਂ ਕਿਸਾਨ ਥੋੜੇ ਹੋ ਇੱਥੇ ਤੇ ਫਿਰ ਕੀ ਹੋਏਗਾ? देखो अं तो थोड़ी हुई है ਜਾਂ बहुते अं तो जान तली ते धर के इन्हों तो डांगा खाण ਲਈ घरों निकलते हैं जेल च जाण ਲਈ घरों निकलते हैं। ਜਦੋਂ ਸਾਡੇ ਨਾਲ ਬੇਇਨਸਾਫੀ ਸਰਕਾਰ ਕਰਦੀ ਆ ਅਸੀਂ ਇਹਦਾ ਹਰ ਜ਼ੁਲਮ ਸਿਤਮ ਸਹਿਣ ਲਈ ਤਿਆਰ ਆ ਪਰ ਕਿਸੇ ਨਿਆਂ ਤੇ ਆਉਣ ਕਿਸੇ ਤਰੀਕੇ ਤੇ ਆਉਣ। ਜਿਹੜੀ ਜ਼ਮੀਨ 'ਚ ਤੁਸੀਂ ਖੜੇ ਹੋ ਇਹ ਸਾਡੀ ਆਪਣੀ ਜ਼ਮੀਨ ਆ। ਸਾਨੂੰ ਇੱਕ ਵੀ ਨੋਟਿਸ ਨਹੀਂ ਆਇਆ ਵੀ ਤੁਹਾਡੀ ਜ਼ਮੀਨ ਅਕਵਾਇਰ ਹੋ ਚੁੱਕੀ ਆ। ਜਿਸ ਜ਼ਮੀਨ ਤੇ JCB ਚੱਲਦੀ ਉਹ ਕਿਸਾਨ ਕਿਹੜੇ ਨੇ? ਮੇਰੀ ਆਈ ਤੁਹਾਡੀ ਆ ਹਾਂਜੀ ਤੇ JCB ਤੁਹਾਡੇ ਪਿੱਛੇ ਬਣੇ ਚਲਾ ਬਗੈਰ ਸਾਡੇ ਪਿੱਛੇ ਬਗੈਰ ਚਲਾ ਦਿੱਤੀ ਹੈ JCB ਔਰ ਸਾਨੂੰ ਇੱਕ ਵੀ ਨੋਟਿਸ ਨਹੀਂਗਾ ਵੀ ਤੁਹਾਡੀ ਜ਼ਮੀਨ ਅਕਵਾਇਰ ਹੋ ਚੁੱਕੀ ਆ। ਪਰ SDM ਤੇ ਤੁਹਾਡੇ ਨਾਲ ਗੱਲ ਕਰਦੇ ਆ ਕਹਿ ਰਹੇ ਸੀ ਕਿ ਤੁਹਾਨੂੰ ਪੈਸੇ ਦੇ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਮੂੰਹ ਤੇ ਵੀ ਸਾਨੂੰ ਇੱਕ ਵੀ ਪੈਸਾ ਨਹੀਂ ਮਿਲਿਆ ਔਰ ਸਾਨੂੰ ਪੈਸਾ ਕੀ ਸਾਨੂੰ ਨੋਟਿਸ ਤੱਕ ਨਹੀਂ ਮਿਲਿਆ ਵੀ ਤੁਹਾਡੀ ਜ਼ਮੀਨ ਅਕਵਾਇਰ ਹੋ ਚੁੱਕੀ ਆ। ਕਹਿੰਦੇ 3D ਹੋ ਚੁੱਕਿਆ ਫਲਾਨਾ ਹੋ ਚੁੱਕਾ। ਇੱਕ ਵੀ ਨੋਟਿਸ ਨਹੀਂ ਹੋਇਆ ਸਾਨੂੰ ਹੋ ਚੁੱਕਿਆ। ਇੱਕ ਵੀ ਪਟਵਾਰੀ ਕੰਨ ਕੋ ਦੱਸਣ ਨਹੀਂ ਆਇਆ ਜੀ। ਪ੍ਰਸ਼ਾਸਨ ਤੇ ਲੈਣ ਆ ਗਿਆ ਕਬਜ਼ਾ ਤੋਂ। ਉਹ ਇਹ ਤਾਂ ਤਰੀਕਾ ਥੋੜੀ ਇਹਨਾਂ ਦਾ ਕੋਈ ਕਿਸੇ ਦੀ ਫਸਲ ਦੇ ਵਿੱਚ ਤੁਸੀਂ JCB ਵਾੜ ਦਿਓ ਨਾਲ ਭਾਰੀ ਫੋਰਸ ਬਲ ਲੈ ਕੇ ਬੰਦੂਕਾਂ ਲੈ ਕੇ ਡਾਂਗਾ ਲੈ ਕੇ ਇਹ ਕੋਈ ਤਰੀਕਾ ਥੋੜੀ ਹੈ ਜੀ। ਹੈਂ ਅਸੀਂ ਤੇ ਅੱਗੇ ਲੰਮੇ ਪੈ ਸਕਦੇ JCB ਤੇ ਸਾਡੇ ਉੱਤੋਂ ਦੀ ਨਿਗਾਹ ਕੇ ਕਬਜ਼ਾ ਲੈ ਲੈਣ ਉਹਦੇ ਲਈ ਅਸੀਂ ਤਿਆਰ ਆ। ਅਸੀਂ ਨਹੀਂ ਕਬਜ਼ਾ ਦੇਵਾਂਗੇ ਜੀ। ਮੈਂ ਹਰਦੀਪ ਸਿੰਘ ਫੌਜੀ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅੱਜ ਇੱਥੇ ਬੱਲੜਵਾਲ ਦੇ ਵਿੱਚ ਇੱਥੇ ਆਏ ਆ ਜਦੋਂ ਕਿ ਪ੍ਰਸ਼ਾਸਨ SDM ਸਾਹਿਬ ਸਰਕਾਰ ਦੇ ਹੁਕਮਾਂ ਤਹਿਤ ਸਰਕਾਰ ਦੇ ਦਬਾਅ ਹੇਠ ਅੱਜ ਪਹਿਲੀ ਵਾਰੀ ਨਹੀਂ ਕੋਈ
ਬਹੁਤ ਵਾਰੀ ਇਸ ਤੋਂ ਪਹਿਲਾਂ ਵੀ ਇੱਥੇ ਕਬਜ਼ਾ ਲੈਣ ਜਿਹੜਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਏ, ਆਪਣਾ ਮਾਲ ਮਹਿਕਮਾ ਵੀ ਨਾਲ ਆਇਆ। ਉਹਦੇ ਵਿੱਚ ਇਹ ਆ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹਨਾਂ ਦੀ ਰਜਾਮੰਦੀ ਨਾਲ ਜਿਹੜਾ ਕਬਜ਼ਾ ਨਹੀਂਗਾ ਹੋ ਰਿਹਾ। ਇੱਥੇ ਰੇਟਾਂ ਦਾ ਬਹੁਤ ਫਰਕ ਆ। ਇੱਥੇ ਸਾਡੇ 14 ਸੂਤਰੀ ਮੰਗ ਪੱਤਰ ਜਿਹੜਾ ਵਾ ਉਹ ਐਸਡੀਐਮ ਸਾਹਿਬ ਨੂੰ ਪਹੁੰਚਾਇਆ, ਡੀਸੀ ਸਾਹਿਬ ਨੂੰ ਪਹੁੰਚਾਇਆ, ਆਈਜੀ ਬਾਰਡਰ ਰੇਂਜ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਆ। ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇ ਕੇ ਆਏ। ਪਰ ਉੱਚ ਅਧਿਕਾਰੀਆਂ ਵੱਲੋਂ, ਡੀਸੀ ਸਾਹਿਬ ਵੱਲੋਂ, ਆਈਜੀ ਬਾਰਡਰ ਰੇਂਜ ਸਾਹਿਬ ਜਿਹੜੇ ਆ ਅੰਮ੍ਰਿਤਸਰ, ਉਹਨਾਂ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਿੰਨਾ ਚਿਰ ਤੁਹਾਡਾ 14 ਸੂਤਰੀ ਮੰਗ ਪੱਤਰ ਆ ਉੱਤੇ ਵਿਚਾਰ ਵਟਾਂਦਰਾ ਕੋਈ ਨਹੀਂ ਹੁੰਦਾ ਤੇ ਆਪਾਂ ਉੱਥੇ ਕਬਜ਼ਾ ਲੈਣ ਨਹੀਂ ਜਾਵਾਂਗੇ। ਪਰ ਹੋ ਸਕਦਾ ਸ਼ਾਇਦ ਕਿਤੇ ਇਹਨਾਂ ਨੇ ਹੋਊਗਾ ਵੀ ਇਹਨਾਂ ਨੇ ਟੋਲ ਪਲਾਜ਼ੇ ਘੇਰੇ ਆ 19 ਪੰਜਾਬ ਦੇ ਵਿੱਚ, ਡੀਸੀ ਦਫ਼ਤਰ ਵੀ ਘੇਰੇ ਆ ਤੇ ਇਹਨਾਂ ਕੋਲ ਪਿੰਡ ਵਾਲੇ ਸਾਰੇ ਚਲ ਗਏ ਆ। ਧੁੰਦ ਵਿੱਚ ਕਬਜ਼ਾ ਜਿਹੜਾ ਉਹ ਲੈ ਕੇ ਆ ਜਾਂਦੇ ਆ। ਅਸੀਂ ਕਹਿੰਦੇ ਵੀ ਇਹ ਬਿਲਕੁਲ ਨਹੀਂ ਗਾ ਆਪਾਂ ਹੋਣ ਦੇਣਾ। ਸਾਡੇ ਜਿਹੜੇ ਮੰਗ ਪੱਤਰ ਦਿੱਤੇ ਆ ਉਹਨਾਂ ਦੇ ਕੋਲ ਵਿਚਾਰ ਵਟਾਂਦਰਾ ਕਰੋ। ਸਾਡਾ ਧਰਨਾ ਜਿਹੜਾ ਪਿੰਡ ਬੱਲੜਵਾਲ ਦੇ ਵਿੱਚ ਆ, ਜਿਹੜੀ ਜ਼ਮੀਨ ਬੱਲੜਵਾਲ ਦੀ ਆ ਟਾਂਡੇ ਦੇ ਵਿੱਚ ਜਿਹੜਾ ਧਰਨਾ ਲੱਗਾ ਸਾਡਾ, ਸਭ ਤੋਂ ਪਹਿਲਾਂ ਆਪਾਂ ਇੱਥੇ ਰੋਕਿਆ ਸੀਗਾ। 228 ਦਿਨ ਹੋ ਗਏ ਆ ਤੇ 228 ਦਿਨ ਧਰਨਾ ਲੱਗੇ ਨੂੰ ਹੋ ਗਏ ਆ, ਪਰ ਕੋਈ ਵੀ ਸਾਡੀ ਉੱਚ ਅਧਿਕਾਰੀਆਂ ਨਾਲ, ਕੋਈ ਸਰਕਾਰ ਨਾਲ ਸਾਡੀ ਕੋਈ ਮੀਟਿੰਗ ਹੋਵੇ। ਆਹ ਤਰੀਕਾ ਥੋੜਾ ਕੋਈ ਕਿ ਡਾਂਗਾ ਬੰਦੂਕਾਂ ਲੈ ਕੇ ਤੇ ਵੱਡੇ ਧੂਏ ਵਾਲੇ ਬੰਬ ਲੈ ਕੇ ਇੱਥੇ ਸਾਡੇ ਕੋਲ ਕਬਜ਼ਾ ਲੈਣਾ ਕਿ ਜਿੱਦਾਂ ਕਿਸੇ ਦੂਜੇ ਦੇਸ਼ ਦੀਆਂ ਬਾਰਡਰਾਂ ਦੇ ਉੱਤੇ ਜਾ ਕੇ ਫੌਜਾਂ ਨਾਲ ਲੜਨਾ ਹੁੰਦਾ। ਇਹੋ ਜਿਹੀ ਤਿਆਰੀ ਕਰਕੇ ਜਿਹੜਾ ਉਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਏ ਆ। ਬਹੁਤ ਮੋਟੀਆਂ ਤੇ ਵੱਡੀਆਂ ਡਾਂਗਾਂ ਲੈ ਕੇ ਆਏ ਆ। ਆਹ ਸਾਡੇ ਨਾਲ ਆ ਵੇਖੋ ਜੀ, ਕਿਸਾਨ ਸਾਰੇ 15-20 ਆ। ਅਸੀਂ ਰੋਡ ਇੱਥੇ ਰੋਕੀ ਆ ਕੇ ਜੇਸੀਪੀ, ਪਰ ਜਿਹਦੇ ਜ਼ਮੀਨ ਦੇ ਵਿੱਚ ਕਿਸਾਨ ਦੀ ਜੇਸੀਪੀ ਚੱਲਣ ਡਈ ਆ ਉਹਨੂੰ 1 ਪੈਸਾ ਨਹੀਂ ਦਿੱਤਾ ਤੇ ਉੱਤੋਂ ਸਾਨੂੰ ਹੁਕਮ ਸੁਣਾਇਆ ਜਾ ਰਿਹਾ, ਫਰਮਾਨ ਸੁਣਾਇਆ ਜਾ ਰਿਹਾ, ਇਹ ਜਿਹੜੀ ਜ਼ਮੀਨ ਆ ਨੈਸ਼ਨਲ ਹਾਈਵੇ ਅਥਾਰਟੀ ਦੀ ਹੋ ਗਈ ਆ, ਤੁਸੀਂ ਇਹਦੇ ਮਾਲਕ ਨਹੀਂ ਆ, ਤੁਹਾਡਾ ਇੰਤਕਾਲ ਚੜ ਗਿਆ ਵਾ। ਧੱਕੇ ਨਾਲ ਜ਼ਮੀਨਾਂ ਖੋ ਰਹੇ ਆ। ਪਰ ਜਿਹੜੀ ਸਾਡੀ ਗੱਲਬਾਤ ਆ ਉਹ ਨਾ ਗਾਂ ਕਿਤੇ ਸਰਕਾਰ ਨੂੰ ਸੁਣਾਈ ਜਾਂਦੀ ਆ ਤੇ ਅਸੀਂ ਜੀ ਇਹਦਾ ਪ੍ਰੋਟੈਸਟ ਕਰਾਂਗੇ। ਅਸੀਂ ਇਤਨਾ ਕਬਜ਼ਾ ਨਹੀਂ ਹੋਣ ਦੇਵਾਂਗੇ। ਬੇਸ਼ੱਕ ਸਾਨੂੰ ਡਾਂਗਾ ਮਾਰ ਦੇਣਾ, ਅਸੀਂ ਖਾਣ ਨੂੰ ਤਿਆਰ ਵਾਂ ਤੇ ਜੇ ਗੋਲੀਆਂ ਮਾਰੀਆਂ ਸਾਨੂੰ ਗੋਲੀਆਂ ਮਾਰ ਦੇਣਾ। ਕਿੰਨੀ ਜ਼ਮੀਨ ਹੈ ਇੱਥੇ ਰੇਟ ਜੀ ਸਾਰਾ 36 ਲੱਖ ਰੁਪਇਆ ਰੇਟ ਆ। ਇੱਥੇ ਥੋੜਾ ਜਿਹਾ ਤਾਂ ਚੜ ਜੋ 76 ਲੱਖ ਰੇਟ ਆ ਕਿਸ਼ਨਕੋਟ ਅੱਡੇ ਦੇ ਵਿੱਚ 1 ਏਕੜ ਜ਼ਮੀਨ ਦੇ ਵਿੱਚ 14 ਨੁਕਰਾਂ ਦੇ ਤੇ 4 ਰੇਟ ਵੱਖੋ ਵੱਖ ਆ। 36 ਲੱਖ ਤੇ ਸੜਕ ਪਾਰ ਕਰ ਲਈਏ 76 ਲੱਖ ਆ ਤੇ ਉਹ ਕਿੱਲੇ ਦੀ ਲਾਸਟ ਵੱਟ ਤੇ ਚੱਲ ਜੀਏ 1 ਕਰੋੜ 18 ਲੱਖ ਰੁਪਈਆ ਮਿਲੇ ਕਿੰਨੇ ਆ? ਹਾਂਜੀ, ਟੋਟਲ ਕਿੰਨੀ ਜ਼ਮੀਨ ਹੈ? ਇਹ ਟੋਟਲ ਜ਼ਮੀਨ ਦਾ ਤਾਂ ਨਹੀਂ ਗਾ, ਸਾਡੇ ਕੋਲ ਹੈਗਾ ਵੇਰਵਾ, ਉਹ ਇਹਨਾਂ ਕੋਲ ਸਰਕਾਰੀ ਐਲਮੇ ਤੋਂ ਕਿੰਨੇ ਕਿਲੋਮੀਟਰ ਦਾ ਏਰੀਆ ਜੀ? ਇਹ ਸਾਡੇ ਕੋਲੋਂ ਇੱਥੋਂ ਬੱਲੜਵਾਲ ਤੋਂ ਲੈ ਕੇ ਤੇ ਸਾਡਾ ਜਿਹੜਾ ਜਿਹੜੀ ਆ ਹੈਗੀ ਆ ਇਹ ਤਹਿਸੀਲ ਬਟਾਲਾ, ਇਹਦੇ ਅੰਡਰ ਭਾਮੜੀ ਤੱਕ ਪੈਂਦਾ ਜਿਹੜਾ ਸਾਡਾ। ਕਿੰਨੇ ਕਿਲੋਮੀਟਰ ਦਾ ਏਰੀਆ ਪੈਂਦਾ ਹੈ? ਇਹ ਵੇਖ ਲਓ ਜੀ, ਇੱਥੋਂ ਭਾਮੜੀ ਦਾ ਕਿੰਨੇ ਕਿਲੋਮੀਟਰ ਪੈ ਗਿਆ। ਤੁਹਾਨੂੰ ਕੀ ਭਾਣਾ ਜ਼ਮੀਨ ਦੇ ਪੈਸੇ ਦਿੱਤੇ ਜਾ ਰਹੇ ਆ? ਇੱਥੇ ਉਹ 36 ਲੱਖ ਆ ਜੀ ਤੇ ਆ ਸਾਨੂੰ ਪਾਰ ਦਾ ਰੇਟ ਸੁਣਾਇਆ ਜਾਂਦਾ, ਕਿਉਂਕਿ ਉੱਥੇ ਦਰਿਆ ਵਾ। ਜੇ ਆਪਾਂ ਉਦਾਂ ਵੀ ਜ਼ਮੀਨ ਜਿਹੜੀ ਉੱਥੇ ਮੁੱਲ ਲੈਣੀ ਤੇ ਉਹਦਾ ਰੇਟ ਉਦਾਂ ਵੀ ਘੱਟ ਵਾ। ਉੱਚੇ ਸਾਰੀ ਫਸਲ ਇੱਥੇ ਹੁੰਦੀ ਸਰਕਾਰ ਦੀਆਂ ਮਸ਼ੀਨਾਂ ਚੱਲਦੀਆਂ ਵੀ ਸਰਕਾਰ ਦੀ ਮਸ਼ੀਨ ਪਹਿਲਾਂ ਚੱਲਦੀ ਸੀ ਜੀ, ਆ ਹੁਣੇ ਬੰਦ ਆ ਕੇ ਜਥੇਬੰਦੀ ਦੇ ਜਥੇਬੰਦਕ ਐਸਡੀਐਮ ਨਾਲ ਵੀ ਬਹਿਸ ਬੜੀ ਤਿੱਖੀ ਹੋ ਰਹੀ ਸੀ, ਉਹ ਕੀ ਹੋਇਆ? ਹਾਂਜੀ, ਐਸਡੀਐਮ ਸਾਹਿਬ ਨੂੰ ਮੈਂ ਇਹੋ ਕਹਿਣ ਡਿਆ ਸੀ, ਵੇਖੋ ਜੀ ਸਾਨੂੰ ਲੋਕਾਂ ਨੂੰ ਵਿਸ਼ਵਾਸ ਚਲੋ, ਸਾਡੀਆਂ ਜਿਹੜੀਆਂ 14 ਸੂਤਰੀ ਮੰਗ ਪੱਤਰ ਤੁਹਾਨੂੰ ਦਿੱਤਾ ਵਾ, ਸਾਡੀ ਪਹਿਲਾਂ ਉੱਤੇ ਵਿਚਾਰ ਕਰਾ ਕੇ ਉੱਤੇ ਗੱਲ ਕਰਕੇ ਤੇ ਸਾਨੂੰ ਸਹਿਮਤੀ ਚ ਲੈ ਕੇ ਕਰੋ। ਅਸੀਂ ਡਿਵੈਲਪਮੈਂਟ ਦਾ ਕੰਮ ਨਹੀਂ ਗੇ ਰੋਕਦੇ ਦੇਸ਼ ਦਾ, ਪੰਜਾਬ ਦਾ। ਇਹ ਜੀ ਨੈਸ਼ਨਲ ਹਾਈਵੇ ਦਾ ਦਿੱਲੀ ਅੰਮ੍ਰਿਤਸਰ ਕਟਰਾ ਪ੍ਰੋਜੈਕਟ ਚੱਲ ਰਿਹਾ ਹੈ। 19.1 ਕਿਲੋਮੀਟਰ ਜਿਹੜਾ ਹੈਗਾ ਉਹ ਆਪਣੇ ਬਟਾਲਾ ਹਲਕੇ ਚ ਆਂਦਾ ਹੈ। ਸ਼੍ਰੀ ਹਰਗੋਬਿੰਦਪੁਰ ਚ ਪਿੰਡ ਪੈਂਦੇ ਨੇ ਤੇ 5 ਪਿੰਡ ਕਾਦੀਆਂ ਚ ਪੈਂਦੇ ਨੇ। 19.1 ਕਿਲੋਮੀਟਰ ਟੋਟਲ ਲੈਂਥ ਹੋ ਗਈ। 217 ਕਰੋੜ ਸਾਡੀ ਜਿਹੜੀ ਟੋਟਲ ਰਾਸ਼ੀ ਜਿਹੜੀ ਹੈ ਨੈਸ਼ਨਲ ਹਾਈਵੇ ਨੇ ਡਿਸਬਰਸ ਕਰਨੀ ਹੈਗੀ ਹੈ। ਇਹਦੇ ਵਿੱਚੋਂ 100 ਕਰੋੜ ਕਿਸਾਨਾਂ ਨੇ ਆਪ ਚੱਕ ਲਈ ਹੋਈ ਹੈ। ਇਹਨਾਂ ਦੇ ਅਕਾਊਂਟ 'ਚ 100 ਕਰੋੜ ਪੈ ਚੁੱਕਿਆ ਹੈ ਜੀ। ਉਸ ਤੋਂ ਇਲਾਵਾ 13 ਕਿਲੋਮੀਟਰ ਲਈ ਕਿਸਾਨ ਸਾਨੂੰ ਲਿਖ ਕੇ ਦੇ ਚੁੱਕੇ ਹੈ ਕਿ ਆਪਾਂ ਸਾਨੂੰ ਕਬਜ਼ਾ ਦੇਣ ਦਾ ਕੋਈ ਇਤਰਾਜ਼ ਨਹੀਂ ਹੈਗਾ ਤੇ ਉਹਨਾਂ ਨੇ ਮੌਕੇ ਤੇ ਦਿੱਤਾ ਵੀ ਹੈਗਾ। ਜਿਹੜੀ ਇਹਦੀ ਮਾਲਕੀ ਹੈ, ਜਿਹੜੀ ਇਹਦਾ ਇੰਤਕਾਲ ਹੈ, ਉਹ ਨੈਸ਼ਨਲ ਹਾਈਵੇ ਦੇ ਨਾਲ ਚੜ ਚੁੱਕਿਆ ਹੈ। ਪਰ ਅੱਜ ਜਦੋਂ ਆਪਾਂ ਇੱਥੇ ਕੰਮ ਕਰਨ ਆ ਰਹੇ ਹਾਂ, ਨੈਸ਼ਨਲ ਹਾਈਵੇ ਕੰਮ ਕਰਨ ਆ ਰਹੇ, ਆਪਣੀ ਮਸ਼ੀਨਰੀ ਲੈ ਕੇ ਆਇਆ ਤੇ ਕਿਸਾਨ ਯੂਨੀਅਨ ਕੰਮ ਕਰਨ ਨਹੀਂ ਦੇ ਰਹੀ, ਉਹਦੇ 'ਚ ਵਿਗਣ ਪਾ ਰਹੀ ਹੈਗੀ ਹੈ। ਮੇਨ ਕਾਰਨ ਇਹਨਾਂ ਦਾ, ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ, ਰਾਦਰ ਮੈਂ ਪਾਸਟ 6-7 ਮਹੀਨਿਆਂ ਇਹਨਾਂ ਨਾਲ ਗੱਲਬਾਤ ਕਰ ਰਹੀ ਹਾਂ, ਨੈਗੋਸ਼ੀਏਟ ਕਰ ਰਹੀ ਹਾਂ। ਮੇਨ ਮੁੱਦਾ ਇਹਨਾਂ ਦਾ ਹੈਗਾ ਉਹ ਹੈਗਾ ਰੇਟ ਨੂੰ ਲੈ ਕੇ। ਇਹ ਚਾਹੁੰਦੇ ਨੇ ਕਿ ਸਾਡੇ ਰੇਟ ਜਿਹੜੇ ਹੈਗੇ ਆ ਵਧਾਏ ਜਾਣ। ਹੁਣ ਇਹਨਾਂ ਨੂੰ ਆਪਾਂ ਬਹੁਤ ਕਲੀਅਰਲੀ ਦੱਸ ਦਿੱਤਾ ਹੈ, ਰਾਹ ਪਾਇਆ ਹੈ, ਰੇਟ ਜਿਹੜੇ ਹੈ ਉਹ ਸਿਰਫ ਆਰਬਿਟਰੇਟਰ ਹੀ ਵਧਾ ਸਕਦੇ ਨੇ। ਆਰਬਿਟਰੇਟਰ ਡਿਵੀਜ਼ਨਲ ਕਮਿਸ਼ਨਰ ਮੈਮ ਹੈ, ਮੈਮ ਨਾਲ ਗੱਲਬਾਤ ਵੀ ਹੋਈ ਹੈ ਕਿ ਮੈਮ ਨੇ ਕਿਹਾ ਹੈ ਕਿ ਮੇਰੇ ਕੋਲ ਕੇਸ ਪਾਣ, ਮੈਂ ਸਿੰਪੈਥੈਟਿਕ ਗਰਾਊਂਡ ਤੇ ਉਹਨੂੰ ਦੇਖਾਂਗੀ, ਜੇ ਹੋਣਗੇ ਪੋਸੀਬਲ ਮੈਮ ਵਧਾ ਵੀ ਦੇਣਗੇ। ਬਟ ਇਹ ਦੂਜੀ ਗੱਲ ਇਹ ਹੈਗੀ ਹੈ ਕਿ ਜਿੰਨੀ ਵੀ ਹੈਲਪ ਚਾਹੀਦੀ ਹੈਗੀ ਹੈ,
ਕੋਈ ਲੀਗਲ ਏਡ ਚਾਹੀਦੀ ਹੈ, ਕੋਈ ਇਹਨਾਂ ਨੂੰ ਸਹਿਯੋਗ ਚਾਹੀਦਾ ਹੈ, ਕਿਸੇ ਵੀ ਤਰੀਕੇ ਨਾਲ ਕਾਗਜ਼ ਪੱਤਰ ਜੋ ਤਿਆਰ ਕਰਾਣੇ ਹੈ, ਆਪਾਂ ਆਪਣੇ ਦਫ਼ਤਰ ਇੱਕ ਸੈੱਲ ਬਣਾਇਆ ਹੋਇਆ ਹੈ ਜੀ, ਨੈਸ਼ਨਲ ਹਾਈਵੇ ਸੈੱਲ, ਜਿਹੜਾ ਇਹਨਾਂ ਦੀ ਪ੍ਰੋਪਰ ਹੈਲਪ ਕਰੂਗਾ ਕਾਗਜ਼ ਪੱਤਰ ਤਿਆਰ ਕਰਾਉਣ ਲਈ, ਤਾਂ ਕਿ ਕਿਤੇ ਵੀ ਇਹ ਖੱਜਲ ਖਰਾਬ ਨਾ ਹੋਣ। ਸੋ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਇਹੀ ਗੱਲਬਾਤ ਕਰਕੇ ਅਪੀਲ ਕਰਨਾ ਵੀ ਚਾਹੁੰਦੇ ਹਾਂ ਕਿ ਤੁਸੀਂ ਇਸ ਕੰਮ 'ਚ ਡਿਵੈਲਪਮੈਂਟ 'ਚ ਵਿਘਨ ਨਾ ਪਾਓ। ਪਹਿਲੀ ਗੱਲ ਜੀ, ਮਾਲਕੀ ਤੁਹਾਡੀ ਨਹੀਂ ਹੈਗੀ, ਨੈਸ਼ਨਲ ਹਾਈਵੇ ਦੀ ਮਾਲਕੀ ਹੈ, ਇਹਨੂੰ ਸਖਤ ਰਿਵਿਊ ਨਾਲ ਵੇਖਿਆ ਜਾਏਗਾ ਕਿ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਹੋ। ਉਹਨਾਂ ਕਿਸਾਨਾਂ ਦਾ ਕਹਿਣਾ ਹੈ, ਕੁਝ ਕਿਸਾਨ ਜਿਹੜੇ ਨਾਲ ਹਾਂਜੀ। ਅਸੀਂ ਗੱਲਬਾਤ ਕੀਤੀ, ਉਹ ਕਹਿੰਦੇ ਨੇ ਕਿ ਸਾਨੂੰ ਨਾ ਤਾਂ ਕੋਈ ਨੋਟਿਸ ਦਿੱਤਾ ਗਿਆ ਠੀਕ ਜ਼ਮੀਨ ਹੈ। ਅਕਵਾਇਰ ਕਰਨ ਲਈ, ਨਾ ਹੀ ਸਾਡੇ ਖਾਤਿਆਂ 'ਚ ਜ਼ਮੀਨ ਦੇ ਪੈਸੇ ਪਾਏ ਗਏ। ਠੀਕ। ਇਸ ਕਰਕੇ ਅੱਜ ਜ਼ਬਰਦਸਤੀ ਇਹ ਆ ਕੇ ਅਕਵਾਇਰ ਕਰ ਰਹੇ ਨੇ ਤੇ ਅਸੀਂ ਇਹਨਾਂ ਨੂੰ ਰੋਕ ਰਹੇ ਹਾਂ। ਜਦ ਸਾਨੂੰ ਪੈਸੇ ਦਿੱਤੇ ਜਾਣ ਜੋ ਇਕਸਾਰ ਹੈਗੇ ਨੇ ਉਹ ਵੀ ਨਹੀਂ ਮਿਲ ਰਹੇ। ਚਲੋ ਮੈਂ ਤੁਹਾਨੂੰ ਦੱਸਦੀ ਹਾਂ ਜੀ, ਬੱਲੜਵਾਲ ਦਾ ਹੀ ਆਪਾਂ ਕੇਸ ਲਈਏ, ਹੁਣ ਇਹ ਥੀਸ ਆਰ ਦ ਐਕਸਕਿਊਜ਼ਸ। ਬੱਲੜਵਾਲ ਦਾ ਹੀ ਆਪਾਂ ਕੇਸ ਲਈਏ, 1.7 ਕਿਲੋਮੀਟਰ ਹੈਗਾ, ਸਿਰਫ 200 ਮੀਟਰ ਦੇ ਪੈਸੇ ਨਹੀਂ ਚੱਕੇ ਹੋਏ, ਉਹ ਵੀ ਇਹਨਾਂ ਦਾ ਜੋ ਪ੍ਰਧਾਨ ਹੈ ਉਹਨੇ ਨਹੀਂ ਚੱਕੇ ਹੋਏ। ਮੈਂ ਹੁਣੇ ਗੱਲਬਾਤ ਕੀਤੀ ਹੈ, ਬੇਸਿਕਲੀ ਬੰਦਾ ਆ ਕੇ ਚੱਕਣਾ ਨਹੀਂ ਚਾਹ ਰਿਹਾ ਪੈਸੇ। ਜਦੋਂ ਪੈਸੇ ਚੱਕਣ ਦਾ ਸਿਸਟਮ ਕੀ ਹੁੰਦਾ ਹੈ, ਤੁਸੀਂ ਪੈਸੇ ਸਾਡੇ ਕੋਲ ਇੱਕ ਸਵੈ ਘੋਸ਼ਣਾ ਪੱਤਰ ਦਿੰਦੇ ਹੋ ਕਿ ਮੈਂ ਕੋਈ ਗਲਤ ਪੈਸੇ ਨਹੀਂ ਕਲੇਮ ਕਰਾਂਗਾ, ਸਾਨੂੰ ਆਪਣਾ ਤੁਸੀਂ ਅਕਾਊਂਟ ਨੰਬਰ ਦਿੰਦੇ ਹੋ, ਪ੍ਰੂਫਸ ਦਿੰਦੇ ਹੋ, ਬਿਕੋਜ਼ ਸਰਕਾਰੀ ਰਾਸ਼ੀ ਹੈਗੇ, ਅਸੀਂ ਕਿਸੇ ਗਲਤ ਖਾਤੇ ਤੱਕ ਨਾ ਚਲੇ ਜਾਣ। ਸੋ ਬੇਸਿਕਲੀ ਕੁਝ ਬੰਦੇ ਹੈਗੇ ਜਿਹੜੇ ਆਪ ਚੱਕਣਾ ਨਹੀਂ ਚਾਹ ਰਹੇ। ਸਾਡਾ ਦਫ਼ਤਰ ਹੈ, ਸਟਿਲ ਟੋਲਡ ਹਿਮ ਕਿ 9 ਤੋਂ 5 ਖੁੱਲਾ ਹੈ, ਅੱਜ ਆਓ, ਹੁਣੇ ਆਓ, ਆਪਣੇ 2-4 ਡਾਕੂਮੈਂਟਸ ਹੈਗੇ ਜਮ੍ਹਾਂ ਕਰਾਓ ਤਾਂ ਪੈਸੇ ਚੱਕੋ। ਇੱਕ ਸਾਨੂੰ ਆਈਡੀ ਪ੍ਰੂਫ ਚਾਹੀਦਾ, ਉਹਦੇ ਵਿੱਚ ਵੈਰੀ ਸਿੰਪਲ ਡਾਕੂਮੈਂਟਸ ਹੈਗੇ ਆ। ਦੂਜੀ ਗੱਲ, ਦੂਜਾ ਤੁਹਾਡਾ ਕੀ ਸੀਗਾ? ਇਕਸਾਰ ਨਹੀਂ ਪੈਸੇ ਮਿਲ ਰਹੇ। ਮਤਲਬ ਵਨ ਟਾਈਮ ਪੇਮੈਂਟ ਵਨ ਟਾਈਮ ਪੇਮੈਂਟ ਹੋ ਰਹੀ ਹੈ ਜੀ, ਵਨ ਟਾਈਮ ਪੇਮੈਂਟ ਹੋ ਰਹੀ ਹੈ, ਨਥਿੰਗ ਲਾਈਕ ਦੈਟ। ਜਿਹਦੀ ਜਿੰਨੀ ਪੇਮੈਂਟ, ਇਕਸਾਰ ਦਾ ਮਤਲਬ ਇਹ ਹੈ ਕਿ ਉਹ ਕਹਿ ਰਹੇ ਨੇ ਕਿ ਕਿਸੇ ਨੂੰ 35 ਲੱਖ ਅੱਛਾ ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ, ਠੀਕ ਹੈ। ਅੱਛਾ, ਉਹ ਇਦਾਂ ਹੈਗਾ ਕਿ ਹਰ ਪਿੰਡ ਦੀ ਇੱਕ ਛਾਂਟ ਕੱਢੀ ਜਾਂਦੀ ਹੈ। ਛਾਂਟ ਰੇਟ ਕੀ ਹੁੰਦਾ ਹੈ ਕਿ ਪਿਛਲੀਆਂ ਜਿਸ ਰੇਟ ਤੇ ਤੁਹਾਡੀਆਂ ਰਜਿਸਟਰੀਆਂ ਹੋਈਆਂ ਉਹ ਕੱਢੀ ਜਾਂਦੀ ਹੈ, ਉਸੇ ਬੇਸ ਤੇ ਆਪਣੀ ਉਹਦਾ ਰੇਟ ਫਾਈਨਲਾਈਜ਼ ਕੀਤਾ ਜਾਂਦਾ ਹੈ। ਤੇ ਕਈ ਪਿੰਡ ਇਦਾਂ ਦੇ ਹੁੰਦੇ ਆ ਜਿੱਥੇ ਤੁਹਾਡੀ ਛਾਂਟ ਵੱਧ ਨਿਕਲ ਆਉਂਦੀ ਹੈ। ਸੋ ਦੈਟ ਵੇਰੀਏਸ਼ਨ ਇਜ਼ देयर, ਉਹ ਹਮੇਸ਼ਾ ਰਹਿੰਦੀ ਹੈ। ਹੁਣ ਆਪਾਂ ਭੁਲੱਥ ਦਾ ਲਈਏ, 20 ਲੱਖ ਉੱਥੇ ਮਿਲਿਆ ਹੈਗਾ ਜੀ, ਜਿਹੜਾ ਜਸਟ ਲਾਸਟ ਪਿੰਡ ਹੈ ਜਿੱਥੇ ਨੈਸ਼ਨਲ ਹਾਈਵੇ ਦਾ ਕੰਮ ਸ਼ੁਰੂ ਹੋ ਰਿਹਾ ਹੈ। ਐਡਜੈਸੈਂਟ ਪਿੰਡ ਹੀ ਸਾਡਾ ਬੱਲੜਵਾਲ ਹੈ, ਇੱਥੇ ਆਪਾਂ 37 ਲੱਖ ਦਿੱਤਾ ਹੋਇਆ। ਵੀ ਆਰ ਸਟਿਲ ਇਨ ਬੈਟਰ ਪੋਜੀਸ਼ਨ, ਵੀ ਹੈਵ ਗਿਵਨ 37 ਲੱਖ। ਤਾਂ ਫਿਰ ਵੀ ਜੇ ਇਹਨਾਂ ਨੂੰ ਲੱਗਦਾ ਹੈ ਕਿ ਇੱਕ ਜੇ ਪੈਸੇ ਨਹੀਂ ਦਿੱਤੇ ਹੋਏ ਤਾਂ ਉਹ ਇਹਨਾਂ ਦਾ ਬੇਸ ਬਣ ਸਕਦਾ ਹੈ ਜੀ ਆਰਬਿਟ੍ਰੇਸ਼ਨ। ਪ੍ਰਸ਼ਾਸਨ ਅਗਲਾ ਕਦਮ ਜੇ ਉਹ ਨਹੀਂ ਦੇਖੋ, ਤੁਸੀਂ ਕਿ ਕੁਝ ਮੀਟਰ ਦੀ ਰਜਿਸਟਰੀ ਨਹੀਂ ਹੈ, ਅਦਰਵਾਈਜ਼ ਬਾਕੀ ਸਾਰਿਆਂ ਨੇ ਪੈਸੇ ਵੀ ਲੈ ਲਏ ਆ ਜਾਂ ਅਕਵਾਇਰ ਹੋਣ ਜਾ ਰਹੀ। ਹੁਣ ਜਿਹੜੇ ਇਹ ਕੁਝ ਮੀਟਰ ਵਾ ਉਹਨਾਂ ਦੇ ਪੈਸੇ ਉਹ ਨਹੀਂ ਲੈ ਰਹੇ, ਤੇ ਪ੍ਰਸ਼ਾਸਨ ਆਪਣਾ ਕੰਮ ਹੁਣ ਹਾਂ, ਮੈਂ ਜਿਹੜਾ ਇਹਨਾਂ ਦਾ ਇੱਕ ਦੂਜਾ ਪੁਆਇੰਟ ਸੀਗਾ ਜਿਹੜਾ ਨੋਟਿਸ ਵਾਲੀ ਗੱਲ ਹੈਗੀ, ਉਹੀ ਮੈਂ ਤੁਹਾਡੇ ਪੁਆਇੰਟ ਤੇ ਆ ਰਹੀ ਹਾਂ। 3E ਨੋਟਿਸ ਹੁੰਦਾ ਹੈ ਜੀ, ਇੱਕ 3E ਨੋਟਿਸ ਆਪਾਂ ਆਲਰੇਡੀ ਦੇ ਚੁੱਕੇ ਹਾਂ ਜੀ। ਵੀ ਹੈਵ ਗਿਵਨ ਇਟ ਇਨ ਦਾ ਨਿਊਜ਼ਪੇਪਰ ਆਲਸੋ, ਸੋ ਦੇ ਆਰ ਵੈਲ ਅਵੇਅਰ। 3E ਨੋਟਿਸ ਕੀ ਕਹਿੰਦਾ ਹੈ, 60 ਦਿਨ ਦਾ ਤੁਹਾਨੂੰ ਸਮਾਂ ਦਿੱਤਾ ਜਾਂਦਾ ਹੈ, ਆ ਕੇ ਆਪਣੇ ਪੈਸੇ ਚੱਕ ਲਓ। ਜੇ ਤੁਸੀਂ ਆਪਣੇ ਪੈਸੇ ਨਹੀਂ ਚੱਕਦੇ then the possession is deemed to be taken। ਸੋ ਜੇ ਆਪਾਂ ਜੋ ਤੁਸੀਂ ਕਿਲੋਮੀਟਰ ਕਹੇ, ਆਈਡਲੀ ਉਹ ਸਾਡਾ ਕਬਜ਼ਾ ਉਹਦੇ ਤੇ ਹੈਗਾ ਹੈ। ਹੁਣ ਇਸ ਵੇਲੇ ਨੈਸ਼ਨਲ ਹਾਈਵੇ ਨੇ ਸਿਰਫ ਉੱਥੇ ਕੰਮ ਕਰਨਾ ਹੈ, ਕਿਸਾਨਾਂ ਦਾ ਕੋਈ ਲੋਕਲ ਸਟੈਂਡ ਹੈ ਉੱਥੇ ਨਹੀਂ ਰਿਹਾ, ਕਿਉਂਕਿ there is no right to property is there in India। ਠੀਕ ਹੈ ਜੀ। ਸੋ ਕੰਪਨਸੇਸ਼ਨ ਉਹਨਾਂ ਦਾ ਰਾਈਟ ਹੈਗਾ ਜੋ ਕਿ ਸਾਡੇ ਕੋਲ ਬਣੀ ਪਈ ਹੈ। ਕਮ ਐਂਡ ਟੇਕ 100 ਕਰੋੜ, ਮੈਂ ਫਿਰ ਦੁਬਾਰਾ ਹਾਈਲਾਈਟ ਕਰਨਾ ਚਾਹੂੰਗੀ ਕਿ 100 ਕਰੋੜ ਆਪਾਂ ਵੰਡ ਚੁੱਕੇ ਹਾਂ। ਸੋ ਕਿਸਾਨਾਂ ਨੇ ਆਪ ਵਿਲਫੁਲੀ ਆ ਕੇ ਲਿੱਤਾ ਹੈ। ਹਾਂ, ਕੁਝ ਬੰਦੇ ਹੀ ਹੈਗੇ ਜਿਹੜੇ ਨਹੀਂ ਲੈਣਾ ਚਾਹ ਰਹੇ। ਪ੍ਰਸ਼ਾਸਨ ਦਾ ਜਿਹੜਾ ਤੁਸੀਂ ਅਗਲਾ ਕਦਮ ਕਹਿ ਰਹੇ ਹੋ, ਆਪਾਂ ਦੀ ਦੇਖੋ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਖਰਾਬ ਕਰਕੇ ਕੰਮ ਨਹੀਂ ਕਰਨਾ ਚਾਹ ਰਹੇ। ਜਿੱਥੋਂ ਤੱਕ ਕਿਸਾਨ ਭਰਾਵਾਂ ਦਾ ਆਪਾਂ ਹੈਲਪ ਕਰ ਸਕਦੇ ਹਾਂ, ਆਪਾਂ ਉੱਥੋਂ ਤੱਕ ਹੈਲਪ ਕਰਾਂਗੇ। ਮੈਂ ਅੱਜ ਵੀ ਕਹਿ ਰਹੀ ਹਾਂ, ਤੁਸੀਂ ਮੇਰੇ ਦਫ਼ਤਰ ਆਓ, ਔਨ ਦਾ ਟੇਬਲ ਆਪਾਂ ਗੱਲ ਕਰਾਂਗੇ ਜੋ ਦਿੱਕਤ ਹੈਗੀ ਆ, ਬਟ ਆਪਾਂ ਵਿਕਾਸ ਦੇ ਕੰਮ ਨੂੰ ਨਾ ਰੋਕੀਏ। ਇਹੀ ਆਪਣੀ ਅਪੀਲ ਹੈਗੀ ਜੀ। ਹੋਰ ਮੰਗਾਂ ਨੇ ਜਿੱਦਾਂ ਸਰਵਿਸ ਰੋਡ ਨੂੰ ਲੈ ਕੇ ਜਾਂ ਬਿਜਲੀ ਕਨੈਕਸ਼ਨ, ਬਿਲਕੁਲ ਬਿਲਕੁਲ ਜੀ। ਪਾਈਪਲਾਈਨਾਂ ਜਿਹੜੀਆਂ ਪਈਆਂ ਨੇ ਕਿਸਾਨਾਂ ਦੀਆਂ ਖੇਤਾਂ ਦੇ ਵਿੱਚ, ਇਹ ਕਾਫੀ ਮੰਗਾਂ ਨੇ ਜਿਹੜੀਆਂ ਇਸ ਸੜਕ ਤੋਂ ਇਲਾਵਾ ਤੇ ਪੈਸੇ ਹਰ ਇੱਕ ਮੰਗ ਐਡਰੈਸ ਕੀਤੀ ਗਈ ਹੈ ਜੀ। ਜਿਹੜੇ ਸਰਵਿਸ ਰੋਡ ਹੈਗੇ ਆ, ਨੈਸ਼ਨਲ ਹਾਈਵੇ ਦੇ ਨੁਮਾਇੰਦੇ ਮੇਰੇ ਨਾਲ ਖੜੇ ਆ, ਦੇ ਹੈਵ ਅ ਡਿਟੇਲਡ ਪਲਾਨ ਫॉर ਇਟ। ਜਿੱਥੇ ਜਿੱਥੇ ਸਰਵਿਸ ਰੋਡ ਰਿਕੁਆਇਰਡ ਹੈਗੀ ਆ, ਉਹਨਾਂ ਨੇ ਆਪਣੇ ਪਲਾਨ 'ਚ ਪਾਈ ਹੋਈ ਹੈ। ਆਪਾਂ ਪਹਿਲਾਂ ਗੁਰਦੁਆਰਾ ਸਾਹਿਬ 'ਚ ਵੀ ਆਪਣੇ ਨਕਸ਼ੇ ਲਾਏ ਸੀਗੇ ਜੀ, ਜਿੱਥੇ ਜਿੱਥੇ ਇਹਨਾਂ ਨੂੰ ਹੈਲਪ ਦੀ ਲੋੜ ਹੈਗੀ ਹੈ। ਬਾਕੀ ਇਹਨਾਂ ਦੇ ਬਿਜਲੀ ਦੇ ਕਨੈਕਸ਼ਨ ਹੈਗੇ ਆ, ਉਹ ਵੀ ਨੈਸ਼ਨਲ ਹਾਈਵੇ ਨੇ ਰਿਟਨ ਸਾਨੂੰ ਦਿੱਤਾ ਹੈ ਕਿ ਅਸੀਂ ਇਹਦਾ ਰੈਂਟ ਖਰਚਾ ਪੇ ਕਰਾਂਗੇ। ਜਿਹੜਾ ਖੰਬੇ ਦੇ ਕਨੈਕਸ਼ਨ ਹੈਗੇ ਬਿਜਲੀ ਘਰ, ਉਹਨੂੰ ਬਿਜਲੀ ਬੋਰਡ ਉਹਨੂੰ ਚੇਂਜ ਕਰ ਦੋਗੇ। ਸੋ ਈਚ ਐਂਡ ਐਵਰੀ ਇਸ਼ੂ ਹੈਜ਼ ਬੀਨ ਐਡਰੈਸਡ। ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ, ਪ੍ਰਸ਼ਾਸਨ ਗੱਲਬਾਤ ਕਰਨ ਨੂੰ ਤਿਆਰ ਹੈ। ਹਾਲ ਦੀ ਘੜੀ ਜੀ ਆਪਾਂ ਮਸ਼ੀਨ ਰੋਕੀ ਹੋਈ ਹੈ। ਵੀ ਆਰ ਟਰਾਈਂਗ ਟੂ ਕਨਵਿੰਸ them। ਇਨੀਸ਼ੀਅਲੀ ਆਪਾਂ ਜਿਹੜਾ ਕਬਜ਼ਾ ਲੈਣਾ ਸੀਗਾ ਉਹ ਲੈ ਲਿਆ ਹੋਇਆ, ਬਟ ਸਟਿਲ ਆਪਾਂ ਇੱਕ ਵਾਰੀ ਗੱਲ ਕਰਾਂਗੇ, ਪ੍ਰੋਪਰ ਕਨਵਿੰਸ ਕਰਾਂਗੇ ਉਹਨਾਂ ਨੂੰ। ਆਪਾਂ ਧੱਕੇ ਨਾਲ ਕੋਈ ਕੰਮ ਨਹੀਂ ਕਰਨਾ। ਦੇਖੋ ਜੀ, ਮਾਲਕੀ ਸਰਕਾਰ ਦੀ ਹੈਗੀ ਹੈ, ਮਾਲਕੀ ਨੈਸ਼ਨਲ ਹਾਈਵੇ ਦੀ ਹੈਗੀ, ਕੰਮ ਚੱਲੇਗਾ। ਅੱਜ ਕਿੰਨੀ ਏਰੀਏ ਤੇ ਕਬਜ਼ਾ ਲੈਣਾ ਹੈ, ਕਿੰਨੀ ਫੋਰਸ ਹੈ ਜੀ?
ਇਹ ਜੀ ਪਿੰਡ ਬੱਲੜਵਾਲ ਥਾਣਾ ਘੁਮਾਣ ਦਾ ਏਰੀਆ ਹੈ, ਜਿੱਥੇ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਤੇ ਸਿਵਲ ਪ੍ਰਸ਼ਾਸਨ ਵੱਲੋਂ ਐਸਡੀਐਮ ਮੈਡਮ ਬਟਾਲਾ ਦੇ ਉਹ ਇੱਥੇ ਪਹੁੰਚੇ ਨੇ। ਸਾਡੇ ਵੱਲੋਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ ਤੇ ਇੱਥੇ ਅਸੀਂ ਇਸ ਤਰੀਕੇ ਨਾਲ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਹਾਂ ਕਿ ਸਾਰਾ ਕੁਝ ਜਿਹੜਾ ਪੀਸਫੁਲੀ ਜਿਹੜੀ ਕਾਰਵਾਈ ਮੁਕੰਮਲ ਹੋ ਸਕੇ। ਕਿੰਨੇ ਜ਼ਿਲ੍ਹਿਆਂ ਦੀ ਪੁਲਿਸ ਹੈ ਜਾਂ ਕਿੰਨੀ ਤਾਦਾਦ ਚ ਪੁਲਿਸ ਹੈ? ਨਹੀਂ, ਸਾਡੇ ਪੁਲਿਸ ਜ਼ਿਲ੍ਹਾ ਬਟਾਲਾ ਦੀ ਹੀ ਫੋਰਸ ਹੈ, ਤਕਰੀਬਨ 100-150 ਮੁਲਾਜ਼ਮ ਸਾਡੇ ਆਏ ਹੋਏ ਨੇ। ਥੈਂਕ ਯੂ। ਹੁਣ ਦੇਖਣ ਵਾਲੀ ਗੱਲ ਹੈ ਕਿ ਕਦੋਂ ਇਹ ਕੰਮ ਹੁਣ ਦੁਬਾਰਾ ਸ਼ੁਰੂ ਹੁੰਦਾ ਹੈ, ਕਿਸਾਨ ਵਾਪਸ ਜਾਂਦੇ ਆ ਕਿ ਜਾਂ ਫਿਰ ਇਹ ਕੰਮ ਠੰਡੇ ਬਸਤੇ 'ਚ ਪੈ ਜਾਂਦਾ ਹੈ। ਕੈਮਰਾਮੈਨ ਪਰਮਿੰਦਰ ਦੇ ਨਾਲ ਔਨ ਏਅਰ ਲਈ ਨਿਤਿਨ ਲੂਥਰਾ, ਗੁਰਦਾਸਪੁਰ।